सब्सक्राइब करें नेशनल बस और साथ ही दबाएं बेल आइकन। ਮੈਨੂੰ ਬਹੁਤ ਬੁਰੀ ਤਰ੍ਹਾਂ ਟੌਰਚਰ ਕੀਤਾ ਨੰਗਾ ਕਰਕੇ ਉਹਦੇ ਗਾਰਡਰ ਲੱਗਿਆ ਹੁੰਦਾ ਸੀ ਚੌਕੀ ਦੇ ਵਿੱਚ ਉਹਦੇ ਤੇ ਉਲਟਾ ਕਰਕੇ ਲਟਕਾ ਕੇ ਤੇ ਪਿੰਨਾਂ 'ਚ ਪਾਉਂਦਾ ਰਿਹਾ ਨਾਲ ਮੇਰੇ ਚੱਡੇ ਵੀ ਬਣੇ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਪਾੜੇ ਚੀਕਾਂ ਜਿਹੜੀਆਂ ਹੁੰਦੀਆਂ ਸੀ ਸੈਣੀ ਨੂੰ ਫੋਨ ਦੇ ਉੱਤੇ ਸੁਣਾਉਂਦਾ ਹੁੰਦਾ ਸੀ ਉਹਦੇ ਨਾਲ ਬਹੁਤ ਸੈਕਸੁਅਲੀ ਅਸਾਲਟ ਕੀਤਾ ਗਿਆ ਉਹਨੂੰ 4th ਕਲਾਸ ਇੰਪਲਾਈ ਤੋਂ ਥਾਣੇ ਦੇ ਤੋਂ ਉਹਦੇ ਨਾਲ ਉਹਨੂੰ ਸੋਡੋਮਾਈਜ਼ ਕਰਾਇਆ ਗਿਆ। ਮੋਡਸ ਆਫ ਆਪਰੈਂਡੀ ਉਹੀ ਚੱਲ ਰਿਹਾ ਜੋ ਬਲਵੰਤ ਸਿੰਘ ਮੁਲਤਾਨੀ ਵਾਲੇ ਕੇਸ ਚੱਲ ਰਿਹਾ। ਚੀਫ ਜਸਟਿਸ ਦੇ ਘਰ ਛੁੱਟੀ ਵਾਲੇ ਦਿਨ ਪਹੁੰਚ ਗਿਆ ਕਿ ਇਹਨਾਂ ਦੀ ਬੇਲ ਕੈਂਸਲ ਕਰੋ। ਕਿਸੇ ਮਰਡਰ ਕੇਸ ਦੇ ਵਿੱਚ ਤਾਂ ਸੈਣੀ ਕਦੀ ਗਿਆ ਨਹੀਂ ਬੇਲ ਕੈਂਸਲ ਕਰਾਉਣ ਲਈ, ਸਾਨੂੰ ਤਾਂ ਸੜਕ ਤੇ ਲਿਆ ਤਾਂ ਉਸ ਤੋਂ ਬਾਅਦ ਉਹਨਾਂ ਦਾ ਕੋਈ ਅਤਾ ਪਤਾ ਨਹੀਂ। ਹਾਂ CBI ਨੇ ਆਪਣੀ ਇਨਵੈਸਟੀਗੇਸ਼ਨ ਕੀਤੀ 1.5 ਸਾਲ ਲਗਾ ਕੇ ਕਿ ਸੁਮੇਧ ਸਿੰਘ ਸੈਣੀ ਔਰ 3 ਹੋਰ ਬੰਦੇ ਆ ਜਿਹੜੇ SP ਸੰਧੂ ਔਰ ਪਰਮਜੀਤ ਔਰ ਤਿਵਾੜੀ ਇਹ ਰਿਸਪੌਂਸੀਬਲ ਨੇ। ਤੁਹਾਡੇ ਬ੍ਰਦਰ ਦਾ ਕਤਲ ਹੋ ਚੁੱਕਾ ਹੈ ਜਾਂ ਉਹ ਬੰਦਾ ਖਤਮ ਇਸ ਦੁਨੀਆ 'ਚ ਨਹੀਂ ਰਿਹਾ। ਹਰ ਵੀਰਵਾਰ ਸਾਨੂੰ ਚੰਡੀਗੜ੍ਹ ਬੁਲਾਉਂਦਾ ਹੁੰਦਾ ਸੀ ਮੇਰੇ ਕਹਿਣ 'ਤੇ ਝੂਠੇ ਐਫੀਡੇਵਿਟ ਦਿਓ ਕੋਰਟ 'ਚੋਂ ਕੇਸ ਵਾਪਸ ਲਓ ਤਦ ਤੱਕ ਮੈਂ ਤੁਹਾਡੇ ਬੰਦੇ ਨਹੀਂ ਛੱਡਾਂਗਾ। ਇਹਨੂੰ ਕੋਰਟ 'ਚ ਪੇਸ਼ ਹੋਣ ਤੋਂ ਸ਼ਰਮ ਆਉਂਦੀ ਹੈ, ਇਹਨੂੰ ਡਰ ਲੱਗਦਾ ਕੋਰਟ 'ਚ ਜਾਂਦਿਆਂ ਇਹਨੂੰ ਕਿ ਮੈਂ ਸੁਮੇਧ ਸੈਣੀ ਹਾਂ ਕਿ ਮੈਂ ਕੋਰਟ 'ਚ ਕਿਉਂ ਜਾਵਾਂ, ਸਾਰੇ ਮੇਰੇ ਥੱਲੇ ਨੇ। ਕੋਰਟ ਦੇ ਵਿੱਚ ਪੇਸ਼ ਹੋ ਜਾਂਦਾ ਬਿਨਾਂ ਸਿਕਿਉਰਿਟੀ ਤੋਂ। ਇਹ ਕਾਨੂੰਨ ਨੂੰ ਇੱਕ ਖਿਡੌਣਾ ਹੀ ਸਮਝਦਾ ਫਿਰਦਾ। ਅੱਜ ਵੀ ਇਸ ਬੰਦੇ ਦੇ ਜ਼ਖਮ ਹਰੇ ਨੇ। ਸਾਰੀ ਗੱਲ ਕਰਨ ਵੇਲੇ ਇਹਦਾ ਦਿਲ ਭਰ ਜਾਂਦਾ। ਫਿਰ ਆਸ਼ੀਸ਼ ਕੁਮਾਰ ਜੀ ਦੇ ਜ਼ਖਮਾਂ ਬਾਰੇ ਤੁਸੀਂ ਸੋਚੋ ਵੀ ਕਿੰਨੇ ਗਹਿਰੇ ਜ਼ਖਮ ਹੋਣਗੇ। ਸੰਧੂ ਦੇਸ਼ ਛੱਡ ਕੇ ਭੱਜ ਰਿਹਾ। ਮੇਰੀ ਮਾਂ 23 ਸਾਲ ਦੀ ਲੜਾਈ ਲੜਦੇ ਲੜਦੇ ਇਸ ਦੁਨੀਆ ਤੋਂ ਚਲੀ ਗਈ ਪਰ ਸਾਨੂੰ ਹਜੇ ਤੱਕ ਤਾਂ ਇਨਸਾਫ ਨਹੀਂ ਮਿਲਿਆ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ex-DGP ਪੰਜਾਬ ਸੁਮੇਧ ਸਿੰਘ ਸੈਣੀ ਉਹਨਾਂ ਦੇ ਉੱਪਰ ਕੇਸ ਚੱਲ ਰਹੇ ਨੇ ਇਨੋਸੈਂਟ ਲੋਕਾਂ ਨੂੰ ਮਾਰਨ ਦੇ। ਇੱਕ ਕੇਸ ਚੱਲ ਰਿਹਾ ਦਿੱਲੀ, ਇੱਕ ਮੌਲੀ ਕੋਰਟ, ਹਾਈ ਕੋਰਟ ਪੰਜਾਬ, ਹਰਿਆਣਾ ਹਾਈ ਕੋਰਟ ਔਰ ਸੁਪਰੀਮ ਕੋਰਟ 'ਚ ਚੱਲ ਰਿਹਾ। ਹਾਲੇ ਤੱਕ ਜਿੰਨੇ ਵੀ ਮੇਰੇ ਇੰਟਰਵਿਊਜ਼ ਹੋਏ ਨੇ ਉਹ ਸਾਰੇ ਬਲਵੰਤ ਸਿੰਘ ਮੁਲਤਾਨੀ ਦੇ ਰਿਲੇਟਡ ਰਹੇ ਨੇ, ਲੇਕਿਨ ਕਿਸੇ ਨੂੰ ਹਾਲੇ ਤੱਕ ਇਹ ਗੱਲ ਨਹੀਂ ਸਾਹਮਣੇ ਆਈ ਕਿ 1994 ਦੇ ਵਿੱਚ ਉਸ ਨੇ ਇੱਕ ਹਿੰਦੂ ਪਰਿਵਾਰ ਦੇ ਕੁਝ ਮੈਂਬਰ, ਇਨੋਸੈਂਟ ਮੈਂਬਰ ਜਿਨ੍ਹਾਂ ਦਾ ਅੱਤਵਾਦ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਅੱਤਵਾਦ ਦੇ ਉਹ ਦੂਰ ਦੂਰ ਤੱਕ ਕਿਤੇ ਕਨੈਕਟਡ ਨਹੀਂ ਸੀਗੇ, ਕਿਸੇ ਕ੍ਰਾਈਮ 'ਚ ਕਨੈਕਟਡ ਨਹੀਂ ਸੀਗੇ ਔਰ ਉਸ ਪਰਿਵਾਰ ਦੇ ਕੁਝ ਬੰਦੇ ਐਲੀਮੀਨੇਟ ਕਰਤੇ ਔਰ ਉਸ ਪਰਿਵਾਰ ਨੂੰ ਬਿਲਕੁਲ ਉਜਾੜਤਾ। ਇੰਨਾ ਕੁ ਉਜਾੜਤਾ ਕਿ ਉਹ ਪਰਿਵਾਰ ਨੂੰ ਲੁਧਿਆਣਿਓਂ ਭੱਜ ਕੇ ਦਿੱਲੀ ਜਾ ਕੇ ਅੰਡਰਗਰਾਊਂਡ ਰਹਿਣਾ ਪਿਆ ਕਈ ਸਾਲ। ਸਾਡੇ ਨਾਲ ਅੱਜ ਉਸ ਪਰਿਵਾਰ ਦੇ ਆਸ਼ੀਸ਼ ਜੀ ਨੇ ਜਿਹੜੇ ਕਿ ਆਪਣੀ ਲੜਾਈ ਲੜ ਰਹੇ ਨੇ ਪਿਛਲੇ ਬਹੁਤ ਸਾਲਾਂ ਤੋਂ, ਹੁਣ ਤੱਕ ਉਹਨਾਂ ਦੀ ਲੜਾਈ ਚੱਲ ਰਹੀ ਹੈ। ਸਾਡੇ ਨਾਲ ਆਸ਼ੀਸ਼ ਕੁਮਾਰ ਜੀ ਨੇ ਔਰ ਆਸ਼ੀਸ਼ ਕੁਮਾਰ ਜੀ ਦਾ ਬਹੁਤ ਟੌਰਚਰ ਹੋਇਆ ਲੁਧਿਆਣੇ ਦੇ ਵਿੱਚ 1994 ਦੇ ਵਿੱਚ ਔਰ ਇਹਨਾਂ ਨੂੰ ਪੁੱਛਦੇ ਆ ਵੀ ਟੌਰਚਰ ਇਹਨਾਂ ਦਾ ਕਿਉਂ ਕੀਤਾ ਗਿਆ ਔਰ ਇਹਨਾਂ ਨੂੰ ਕਿਉਂ ਚੱਕਿਆ ਗਿਆ ਔਰ ਸੈਣੀ ਨਾਲ ਇਹਨਾਂ ਦੇ ਪਰਿਵਾਰ ਦੀ ਕੀ ਨਾਰਾਜ਼ਗੀ ਸੀਗੀ ਕਿ ਸੈਣੀ ਨੇ ਇਹਨਾਂ ਤੇ ਇੰਨੀ ਤਸ਼ੱਦਦ ਕਰਾਈ ਔਰ ਇਹਨਾਂ ਦੇ ਪਰਿਵਾਰ ਦੇ ਇਨੋਸੈਂਟ ਬੰਦਿਆਂ ਨੂੰ ਐਲੀਮੀਨੇਟ ਕਰਾਤਾ। ਆਸ਼ੀਸ਼ ਜੀ ਇਹ ਦੱਸੋ ਵੀ ਤੁਹਾਨੂੰ ਕਿਹੜੀ ਤਰੀਕ ਨੂੰ ਚੱਕਿਆ ਗਿਆ ਔਰ ਤੁਹਾਡੇ ਤੇ ਤਸ਼ੱਦਦ ਕਿਵੇਂ ਹੋਈ? ਮੈਨੂੰ ਪਰਮਜੀਤ ਲੈ ਕੇ ਗਿਆ ਸੀ ਚੱਕ ਕੇ ਲੁਧਿਆਣੇ ਤੋਂ। ਅੱਛਾ ਜੀ, ਪਰਮਜੀਤ ਕੀ ਸੀ? ਪਰਮਜੀਤ SHO ਫੋਕਲ ਪੁਆਇੰਟ ਸੀ। ਉਹਦੇ ਬਾਅਦ ਮੈਨੂੰ ਇਹਨੇ ਲਿਜਾ ਕੇ 2 ਦਿਨ ਬਾਅਦ ਉੱਥੇ ਮੈਨੂੰ ਵਰਧਮਾਨ ਚੌਕੀ ਸ਼ਿਫਟ ਕਰ ਦਿੱਤਾ ਸੀ। ਉੱਥੇ ਜਾ ਆ ਕੇ ਇਹਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਟੌਰਚਰ ਕੀਤਾ ਨੰਗਾ ਕਰਕੇ ਉਹਦੇ ਗਾਰਡਰ ਲੱਗਿਆ ਹੁੰਦਾ ਸੀ ਚੌਕੀ ਦੇ ਵਿੱਚ ਉਹਦੇ ਤੇ ਉਲਟਾ ਕਰਕੇ ਲਟਕਾ ਕੇ ਤੇ ਪਿੰਨਾਂ 'ਚ ਪਾਉਂਦਾ ਰਿਹਾ ਨਾਲ ਮੇਰੇ ਚੱਡੇ ਵੀ ਬਣੇ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਪਾੜੇ। ਚੀਕਾਂ ਜਿਹੜੀਆਂ ਹੁੰਦੀਆਂ ਸੀ ਸੈਣੀ ਨੂੰ ਫੋਨ ਦੇ ਉੱਤੇ ਸੁਣਾਉਂਦਾ ਹੁੰਦਾ ਸੀ ਇਸ ਰਿਸੀਵਰ ਉਹਦੇ ਅੱਗੇ ਕਰਕੇ ਮੇਰਾ ਉਹਦਾ ਲੈਂਡਲਾਈਨ ਦਾ। ਕਿਆ ਤੁਹਾਡੇ ਨਾਲ ਸੈਕਸ਼ੂਅਲ ਅਸੌਲਟ ਹੋਇਆ? ਮੇਰੇ ਨਾਲ ਨਹੀਂ, ਇਹਨੇ ਆਪਣੇ ਕਜ਼ਨ ਬ੍ਰਦਰ ਜਿਹੜਾ ਨੇ ਉਹਨਾਂ ਦਾ ਮਨਾਕਸ਼ੀ ਆਪਣੀ ਮਾਸੀ ਦਾ ਲੜਕਾ ਸੀ ਸੰਜੀਵ ਸੈਣੀ ਉਹਦੇ ਨਾਲ ਬਹੁਤ ਸੈਕਸ਼ੂਅਲੀ ਅਸਾਲਟ ਕੀਤਾ ਗਿਆ ਉਹਨੂੰ 4th ਕਲਾਸ ਇੰਪਲਾਈ ਤੋਂ ਥਾਣੇ ਦੇ ਤੋਂ ਉਹਦੇ ਨਾਲ ਉਹਨੂੰ ਸੋਡੋਮਾਈਜ਼ ਕਰਾਇਆ ਗਿਆ ਕੀਤਾ ਇਹਨੇ ਸੁਮੇਧ ਸੈਣੀ ਨੇ ਕਰਵਾਇਆ ਔਰ ਉਹਦੇ ਬਾਅਦ ਉਹ ਲੜਕਾ ਕੰਟਰੀ ਛੱਡ ਕੇ ਭੱਜ ਗਿਆ ਇੱਥੋਂ ਆਪਣੇ ਬੱਚੇ ਲੈ ਕੇ। ਅੱਛਾ, ਤੇ ਉਹ ਬੰਦਾ ਹੁਣ ਇਸ ਦੁਬਾਰਾ ਕਦੀ ਨਹੀਂ ਆਇਆ ਹਿੰਦੁਸਤਾਨ? ਦੁਬਾਰਾ ਨਹੀਂ ਆਇਆ, ਉਹ ਬਿਲਕੁਲ ਬਾਹਰ ਚਲਾ ਗਿਆ ਇੱਥੋਂ ਛੱਡ ਕੇ ਅਮਰੀਕਾ।
ਆਸ਼ੀਸ਼ ਜੀ, ਤੁਹਾਡੇ ਜਿਹੜੇ ਬ੍ਰਦਰ ਸੀਗੇ ਉਹ ਕੋਰਟ ਗਏ, ਜੋ ਰਿਕਾਰਡ ਦੇ ਵਿੱਚ ਹੈ, ਠੀਕ ਹੈ, ਔਰ ਉਹਨਾਂ ਨੇ ਪਟੀਸ਼ਨ ਵੀ ਪਾਈ ਹਾਈ ਕੋਰਟ ਦੇ ਵਿੱਚ, ਤੇ ਉੱਥੇ ਸੈਣੀ ਦਾ ਕੀ ਰੋਲ ਹੋਇਆ? ਕੀ ਸੈਣੀ ਨੇ ਉੱਥੇ ਰੋਲ ਅਦਾ ਕੀਤਾ ਤੁਹਾਡੇ ਖਿਲਾਫ? ਸੈਣੀ ਨੂੰ ਕੋਰਟ ਨੇ ਕਿਹਾ ਸੀ 9 ਮਾਰਚ ਨੂੰ ਹਾਜ਼ਰ ਹੋ ਆ ਕੇ। ਠੀਕ ਹੈ ਜੀ। ਸੈਣੀ ਉਦਣ ਹਾਜ਼ਰ ਨਹੀਂ ਹੋਇਆ। ਸੈਣੀ ਨੇ 10 ਤਰੀਕ ਨੂੰ ਇੱਕ ਝੂਠੀ ਕੰਪਲੇਂਟ ਬੈਂਕ ਤੋਂ ਲੈ ਕੇ 420 ਦੀ ਲੈ ਕੇ ਹਾਈ ਕੋਰਟ ਦੇ ਚੀਫ ਜਸਟਿਸ ਦੇ ਘਰ ਛੁੱਟੀ ਵਾਲੇ ਦਿਨ ਪਹੁੰਚ ਗਿਆ ਕਿ ਇਹਨਾਂ ਦੀ ਬੇਲ ਕੈਂਸਲ ਕਰੋ, ਮੈਂ ਇਹਨਾਂ ਦੀ ਫਿਜ਼ੀਕਲ ਅਰੈਸਟ ਚਾਹੁੰਦਾ। ਕਿਆ ਕੋਈ ਐਸਐਸਪੀ ਕਦੀ ਅੱਜ ਤੱਕ ਕਿਸੇ ਮਰਡਰ ਕੇਸ ਦੇ ਵਿੱਚ ਤਾਂ ਸੈਣੀ ਕਦੀ ਗਿਆ ਨਹੀਂ ਬੇਲ ਕੈਂਸਲ ਕਰਾਉਣ ਲਈ। ਇੱਕ 420 ਦੇ ਕੇਸ ਦੇ ਵਿੱਚ, ਜੋ ਕਿ ਇਹਦੀ ਆਪਣੀ ਪਰਸਨਲ ਰੰਜਿਸ਼ ਸੀ, ਇਹਨੂੰ ਆਪਣਾ ਬਹੁਤ ਬੁਰਾ ਲੱਗਿਆ ਕਿ ਮੇਰੇ ਖਿਲਾਫ ਕੋਈ ਹਾਈ ਕੋਰਟ ਦੇ ਵਿੱਚ ਐਪਲੀਕੇਸ਼ਨ ਕਿੱਦਾਂ ਕਿਸੇ ਨੇ ਲਗਾਤੀ, ਉਸ ਗੱਲ ਦਾ ਇਹਨੇ ਬਦਲਾ ਲਿਆ। ਮਤਲਬ ਕਿ ਸਾਨੂੰ ਡਰਾਉਣ ਲਈ ਉੱਥੇ ਇਹਨੇ ਐਪਲੀਕੇਸ਼ਨ ਲਗਾਈ। ਉਹਦੇ ਬਾਅਦ ਇਹਨੇ ਸੈਣੀ ਨੇ ਅਨੁਪਮ ਗੁਪਤੇ ਦੇ ਜ਼ਰੀਏ ਔਰ ਇੱਕ ਸਰਦਾਰ ਜੀ ਸੀ, ਉਹਨਾਂ ਦੇ ਜ਼ਰੀਏ ਸਾਨੂੰ ਬ੍ਰਦਰ ਨੂੰ ਲੁਧਿਆਣੇ ਬੁਲਾਇਆ 14 ਮਾਰਚ ਨੂੰ, ਔਰ ਉੱਥੇ ਇਹਨੇ ਕਿਹਾ ਬ੍ਰਦਰ ਨੂੰ ਕਿ ਭਾਈ ਸੈਣੀ ਮੋਟਰ ਤੋਂ ਆਪਣੇ ਪੈਸੇ ਜਿਹੜੇ ਨੇ ਵਾਪਸ ਲੈ ਲਓ, ਨਹੀਂ ਤਾਂ ਇਲਜ਼ਾਮ ਥੋੜੇ ਬੁਰੇ ਹੋਣਗੇ। ਅੱਛਾ, ਮੈਂ ਹੁਣ ਤੁਹਾਨੂੰ ਇਹ ਸਵਾਲ ਹੈ ਕਿ ਸੈਣੀ ਮੋਟਰ ਨੂੰ ਤੁਸੀਂ ਫਾਈਨੈਂਸ ਕਰ ਰਹੇ ਸੀਗੇ ਜੀ, ਠੀਕ ਹੈ, ਸੈਣੀ ਮੋਟਰ ਦਾ ਇਹਦਾ ਔਰ ਸੈਣੀ ਮੋਟਰ ਦਾ ਕੀ ਰਿਸ਼ਤਾ ਹੈ? ਸੁਮੇਸ਼ ਸਿੰਘ ਸੈਣੀ ਦਾ ਤੇ ਸੁਮੇਸ਼ ਸੈਣੀ ਦੀ ਮੌਸੀ ਔਰ ਸਕੀ ਮੌਸੀ ਔਰ ਇਹਦੀ ਸਕੀ ਸਿਸਟਰ, ਦੋ ਭਰਾਵਾਂ ਨੂੰ ਵਿਆਹੀਆਂ ਸੀਗੀਆਂ। ਇਹਦੀ ਸਿਸਟਰ ਦਾ ਡਿਵੋਰਸ ਹੋ ਗਿਆ ਸੀ, ਉਹਦੇ ਕਾਰਨ ਇਹ ਆਪਣੀ ਮਾਸੀ ਤੋਂ ਰਿਵੈਂਜ ਲੈ ਰਿਹਾ। ਪਹਿਲੀ ਵਾਰ ਆਇਆ ਉਦੋਂ ਸਾਡਾ ਕੋਈ ਰਿਲੇਸ਼ਨ ਨਹੀਂ ਸੀ ਸੈਣੀ ਮੋਟਰ ਨਾਲ। ਜਦੋਂ ਦੁਬਾਰਾ ਇਹ ਆਇਆ ਉਦੋਂ ਸਾਡਾ ਬਿਜ਼ਨਸ ਕੁਝ ਸਟਾਰਟ ਹੋ ਗਿਆ ਸੀ ਸਾਡੇ ਕਿਸੇ ਇੱਕ ਕਾਮਨ ਫਰੈਂਡ ਦੇ ਜ਼ਰੀਏ, ਤੇ ਔਰ ਕਰੀਬ 100 ਗੱਡੀਆਂ ਅਸੀਂ ਫਾਈਨਾਂਸ ਕੀਤੀਆਂ। ਉਹਦੇ ਕਾਰਨ ਇਹਨੇ ਦੇਖਿਆ ਕਿ ਮੈਂ ਇਹਨੂੰ ਇੰਨਾ ਝਟਕਾ ਵਧੀਆ ਦੇ ਕੇ ਗਿਆ ਤੇ ਕਿੱਦਾਂ ਦੁਬਾਰਾ ਸਰਵਾਈਵ ਕਰ ਰਹੇ ਇਹਨਾਂ। ਅੱਛਾ, ਇਹਦੀ ਅਸਲੀ ਦੁਸ਼ਮਣੀ ਜਿਹੜੀ ਸੀ ਉਹ ਸੈਣੀ ਮੋਟਰ ਨਾਲ ਸੀ, ਔਰ ਸੈਣੀ ਮੋਟਰ ਨੂੰ ਤੁਸੀਂ ਇੱਕ ਬਿਜ਼ਨਸ ਡੀਲ ਤੁਹਾਡੀ ਚੱਲ ਰਹੀ ਸੀ ਉਹਨਾਂ ਨਾਲ, ਤੁਹਾਡੀ ਕਮਰ ਤੋੜਨ ਦੀ ਉਹਨੇ ਪੂਰੀ ਕੋਸ਼ਿਸ਼ ਕੀਤੀ ਕਿ ਤੋੜ ਹੀ ਦਿੱਤੀ। ਸਾਨੂੰ ਤਾਂ ਸੜਕ ਤੇ ਲਿਆ ਤਾ 100 ਗੱਡੀ ਦਾ ਪੈਸਾ ਸੀ ਉਹਨਾਂ ਲੱਗਦਾ ਹੁੰਦਾ ਸੀ ਸਾਡਾ। ਠੀਕ ਹੈ ਜੀ। ਔਰ ਉਹਦੇ ਬਾਅਦ ਜਦ 15 ਮਾਰਚ ਨੂੰ ਜਦੋਂ ਹਾਈ ਕੋਰਟ ਨੇ ਆਰਡਰ ਕਰ ਦਿੱਤਾ ਜੀ ਕਿ ਭਾਈ ਇਹਨਾਂ ਦੀ ਅਗਰ ਪੁਲਿਸ ਨੇ ਕਿਸੇ ਨਵੇਂ ਕੇਸ ਰਜਿਸਟਰਡ ਕਰਨਾ ਤੇ 1 ਹਫ਼ਤੇ ਦਾ ਟਾਈਮ ਦਿਓ, ਅਗਰ ਪੁਰਾਣੇ 'ਚ ਕਰਨਾ ਇਨਵੈਸਟੀਗੇਸ਼ਨ ਕਰਨਾ ਤੇ ਇਹਨਾਂ ਦੇ ਵਕੀਲਾਂ ਦੀ ਪ੍ਰੈਜ਼ੈਂਸ ਦੇ ਵਿੱਚ ਇਹਨਾਂ ਦੀ ਇਨਵੈਸਟੀਗੇਸ਼ਨ ਹੋਏਗੀ। ਔਰ ਜਿੱਦਾਂ ਹੀ ਬਾਹਰ ਨਿਕਲੇ ਕੋਰਟ ਤੋਂ ਕਹਿੰਦੇ ਜੀ ਸਮਨ ਲੈ ਲਓ ਜੀ, ਪਰਸੋਂ ਆ ਜਾਓ ਸਾਡੇ ਕੋਲ ਇਨਵੈਸਟੀਗੇਸ਼ਨ ਲਈ। ਇੱਕ SHO ਪਰਮਜੀਤ ਨੇ ਕਿਹਾ, ਇੱਕ DSP ਨਛੱਤਰ ਸਿੰਘ। ਬ੍ਰਦਰ ਨੇ ਕਿਹਾ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੈ, ਹੋ ਗਈ ਤੇ ਅਸੀਂ ਅਸਥੀਆਂ ਲੈ ਕੇ ਜਾਣਾ ਤੇ ਤੁਸੀਂ 15 ਦੀ ਬਜਾਏ 17 ਦੀ ਬਜਾਏ ਤੁਸੀਂ 19 ਤਰੀਕ ਕਰ ਲਓ, ਮੈਂ 19 ਨੂੰ ਆ ਕੇ ਤੁਹਾਡੇ ਕੋਲ ਪੇਸ਼ ਹੋ ਜਾਊਂਗਾ, ਜੋ ਪੁੱਛਣਾ ਪੁੱਛ ਲਈਓ। ਔਰ ਜਿੱਦਾਂ ਹੀ ਕੋਰਟ 'ਚੋਂ ਬਾਹਰ ਨਿਕਲੇ ਤੇ ਕੋਰਟ ਦੇ ਵਿੱਚ ਬਾਹਰ ਨਾਲ ਹੀ ਸੰਧੂ ਕਹਿੰਦਾ ਮੇਰੀ ਮਤਲਬ ਬ੍ਰਦਰ ਨੂੰ ਅੱਗੇ ਜਾ ਕੇ ਥੋੜ੍ਹਾ ਜਿਹਾ ਤੇ ਡਿਸਟੈਂਸ 'ਤੇ ਸੀਗੇ ਤੇ ਕਹਿੰਦਾ ਜੀ ਮੇਰੀ ਗੱਡੀ ਖਰਾਬ ਹੋ ਗਈ, ਤੇ ਬਾਅਦ ਤੇ ਉਹਨਾਂ ਦੇ ਨਾਲ ਬਹਿ ਕੇ ਅੱਗੇ ਪਿੱਛੇ ਆਪਣੀ ਗੱਡੀ ਲਗਾ ਕੇ ਉਹਨਾਂ ਨੂੰ ਲੈ ਕੇ ਚਲਾ ਗਿਆ। ਉਸ ਤੋਂ ਬਾਅਦ ਉਹਨਾਂ ਦਾ ਕੋਈ ਅਤਾ ਪਤਾ ਨਹੀਂ। ਮਤਲਬ ਇਹ ਹੈ ਤੁਹਾਡਾ ਕਿ ਕੋਰਟ ਦੇ ਬਾਹਰੋਂ ਹੀ ਤੁਹਾਡੇ ਬ੍ਰਦਰ ਨੂੰ ਚੱਕ ਲਿਆ ਔਰ ਉਸ ਤੋਂ ਬਾਅਦ ਅੱਜ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ। ਹਾਂ, CBI ਨੇ ਆਪਣੀ ਇਨਵੈਸਟੀਗੇਸ਼ਨ ਕੀਤੀ 1.5 ਸਾਲ ਲਗਾ ਕੇ, ਉਹਦੇ ਵਿੱਚ ਉਹਨਾਂ ਨੇ ਰਿਪੋਰਟ ਵੀ ਦਿੱਤੀ ਕਿ ਸੁਮੇਸ਼ ਸਿੰਘ ਸੈਣੀ ਔਰ 3 ਹੋਰ ਬੰਦੇ ਆ ਜਿਹੜੇ SP ਸੰਧੂ ਔਰ ਪਰਮਜੀਤ ਔਰ ਤਿਵਾੜੀ, ਇਹ ਰਿਸਪੌਂਸੀਬਲ ਨੇ ਕਿਡਨੈਪਿੰਗ 364 ਲਈ, ਕਿਡਨੈਪਿੰਗ ਇੰਟੈਂਸ਼ਨ विद मर्डर। और ये लोग जिंदा नहीं हैं तीनों इस वक्त, जो जब 95 में बोला था इन्होंने CBI ने अपनी रिपोर्ट में। ठीक है, ये 3 केड़े एक तो थोड़े ब्रदर सी, मेरे ब्रदर सी विनोद कुमार जी और अशोक कुमार जी सी, और एक ड्राइवर सी साढ़े मुख्तियार सिंह। अशोक कुमार जी कौन से? मेरे जीजा जी। थोड़े जीजा जी। मतलब 3 तुसी ये देखो कि 3 बंदे एक परिवार दे, इन्हां दा ब्रदर, इन्हां दा ब्रदर इन लॉ, इन्हां दा जीजा
ਔਰ ਇੱਕ ਇਹਨਾਂ ਦਾ ਡਰਾਈਵਰ, ਤਿੰਨਾਂ ਨੂੰ ਚੱਕ ਲਿਆ ਪੁਲਿਸ ਸਮੇਤ ਸਿੰਘ ਸੈਣੀ ਦੇ ਬੰਦਿਆਂ ਨੇ ਔਰ ਉਹਨਾਂ ਨੂੰ ਐਲੀਮੀਨੇਟ ਕਰਤਾ। ਔਰ ਸੀਬੀਆਈ ਦੀ ਇਨਕੁਆਇਰੀ ਵੀ ਹੋ ਗਈ, ਕੋਰਟ ਦੇ ਵਿੱਚ ਸਬਮਿਟ ਵੀ ਹੋ ਗਈ ਇਨਕੁਆਇਰੀ ਕਿ ਇਹ ਤਿੰਨਾਂ ਨੂੰ ਐਲੀਮੀਨੇਟ ਕਰ ਦਿੱਤਾ ਗਿਆ ਔਨ ਦਾ ਆਰਡਰਸ ਆਫ ਸਮੇਤ ਸਿੰਘ ਸੈਣੀ। ਤੁਹਾਨੂੰ ਕਦੋਂ ਪਤਾ ਲੱਗਿਆ ਵੀ ਤੁਹਾਡੇ ਬ੍ਰਦਰ ਨੂੰ ਐਲੀਮੀਨੇਟ ਕਰਤਾ, ਤੁਹਾਡੇ ਬ੍ਰਦਰ ਦਾ ਕਤਲ ਹੋ ਚੁੱਕਾ ਹੈ ਜਾਂ ਉਹ ਬੰਦਾ ਖਤਮ ਇਸ ਦੁਨੀਆ 'ਚ ਨਹੀਂ ਰਿਹਾ? 95 ਵਿੱਚ ਜਦੋਂ ਸੀਬੀਆਈ ਨੇ ਆਪਣੀ ਰਿਪੋਰਟ ਦੇਤੀ ਕਿ ਬੰਦੇ ਜ਼ਿੰਦਾ ਨਹੀਂ ਹੈ, ਠੀਕ ਹੈ ਜੀ। ਪਤਾ ਤਾਂ ਸਾਨੂੰ ਉਸ ਤੋਂ ਪਹਿਲਾਂ ਵੀ ਲੋਕ ਗੱਲ ਕਰਦੇ ਸੀ ਸ਼ਹਿਰ ਦੇ ਵਿੱਚ ਕਿ ਤੁਹਾਡੇ ਬੰਦੇ ਮਾਰ ਦਿੱਤੇ ਇਹਨਾਂ ਨੇ। ਠੀਕ ਹੈ। ਸਾਨੂੰ ਅਪਰੋਚ ਕਰਦਾ ਰਿਹਾ, ਹਰ ਵੀਰਵਾਰ ਸਾਨੂੰ ਚੰਡੀਗੜ੍ਹ ਬੁਲਾਉਂਦਾ ਹੁੰਦਾ ਸੀ ਸੈਟਿੰਗ ਤੁਹਾਨੂੰ ਇਨਫੋਰਮੇਸ਼ਨ ਦਿਆਂਗਾ, ਸਾਡੇ ਮੇਰੇ ਕਹਿਣ 'ਤੇ ਝੂਠੇ ਐਫੀਡੇਵਿਟ ਦਿਓ, ਕੋਰਟ 'ਚੋਂ ਕੇਸ ਵਾਪਸ ਲਓ ਹਾਈ ਕੋਰਟ ਤੋਂ। ਜਦ ਤੱਕ ਮੈਂ ਕੋਰਟ 'ਚੋਂ ਕੇਸ ਵਾਪਸ ਨਹੀਂ ਲੈ ਲੈਂਦੇ, ਮੈਂ ਉਤੋਂ ਛੁੱਟ ਨਹੀਂ ਜਾਂਦਾ, ਤਦ ਤੱਕ ਮੈਂ ਤੁਹਾਡੇ ਬੰਦੇ ਨਹੀਂ ਛੱਡਾਂਗਾ। ਤੇ ਹੁਣ ਆਸ਼ੀਸ਼ ਜੀ ਇਹ ਦੱਸੋ ਵੀ ਜਿਹੜੇ ਇਸ ਕੇਸ ਦੇ ਵਿੱਚ ਹੁਣ ਸਮੇਤ ਸਿੰਘ ਸੈਣੀ ਨੇ ਇਹ ਐਪਲੀਕੇਸ਼ਨ ਲਾਈ ਹੋਈ ਹੈ ਕਿ ਜੀ ਮੈਨੂੰ ਸਿਕਿਉਰਿਟੀ ਦਾ ਥ੍ਰੈਟ ਹੈ, ਕਿਆ ਤੁਹਾਨੂੰ ਲੱਗਦਾ ਵੀ ਉਸ ਬੰਦੇ ਨੂੰ ਕਿਸੇ ਤਰ੍ਹਾਂ ਦੀ ਸਿਕਿਉਰਿਟੀ ਦਾ ਥ੍ਰੈਟ ਹੈ ਦਿੱਲੀ ਦੇ ਵਿੱਚ? ਕਿਸ ਗੱਲ ਦਾ ਥ੍ਰੈਟ ਹੈ? ਜਿਹੜਾ ਬੰਦਾ Z+ ਸਿਕਿਉਰਿਟੀ ਆਪਣੀ ਛੱਡ ਕੇ ਹੀ ਭੱਜ ਜਾਏ, ਉਹਨੂੰ ਕਿਸ ਗੱਲ ਦਾ ਥ੍ਰੈਟ ਹੋਣਾ? ਤੇ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਉੱਥੇ ਕਿਉਂ ਨਹੀਂ ਪੇਸ਼ ਹੋ ਰਿਹਾ? ਤੁਹਾਡੇ ਸਵਾਲਾਂ ਦਾ ਇਹਦੇ ਕੋਲ ਜਵਾਬ ਨਹੀਂ ਗਏ ਜਾਂ ਇਹ ਉੱਥੇ ਪੇਸ਼ ਹੋਣਾ ਨਹੀਂ ਚਾਹੁੰਦਾ? ਇਹਨੂੰ ਕੋਰਟ 'ਚ ਪੇਸ਼ ਹੋਣ ਤੋਂ ਸ਼ਰਮ ਆਉਂਦੀ ਹੈ, ਇਹਨੂੰ ਡਰ ਲੱਗਦਾ ਕੋਰਟ 'ਚ ਜਾਂਦਿਆਂ ਇਹਨੂੰ ਕਿ ਮੈਂ ਸਮੇਤ ਸੈਣੀ ਹਾਂ, ਕਿ ਮੈਂ ਕੋਰਟ 'ਚ ਕਿਉਂ ਜਾਵਾਂ, ਸਾਰੇ ਮੇਰੇ ਥੱਲੇ ਨੇ। ਮੈਂ ਆਪਣੇ ਦਰਸ਼ਕਾਂ ਨੂੰ ਦਿਖਾ ਦੇਣਾ ਚਾਹੁੰਦਾ ਵੀ ਸਮੇਤ ਸਿੰਘ ਸੈਣੀ ਦਾ ਔਰ ਫੂਲੇ ਦਾ ਕੀ ਰਿਲੇਸ਼ਨ ਸੀ। ਇਸ ਵਿੱਚ ਜੇ ਤੁਸੀਂ ਧਿਆਨ ਨਾਲ ਵੇਖੋ, ਦਰਸ਼ਕਾਂ ਨੂੰ ਮੈਂ ਕਹਾਂਗਾ ਇਹਦੇ ਵਿੱਚ 2 IPS ਅਫਸਰਾਂ ਦਾ ਨਾਮ ਲਿਖਿਆ ਗਿਆ ਹੈ। ਇੱਕ ਸੁਰੇਸ਼ ਅਰੋੜਾ IPS ਜਿਹੜੇ DGP ਰਿਟਾਇਰ ਹੋਏ ਨੇ, ਔਰ ਸਮੇਤ ਸਿੰਘ ਸੈਣੀ IPS। ਔਰ ਇਹਦੇ ਪਿੱਛੇ ਇੱਕ ਹੋਰ ਤੁਹਾਨੂੰ ਮੈਂ ਦਿਖਾ ਦੇਣਾ ਚਾਹੁੰਦਾ, ਇਹ ਜਿਹੜਾ ਕਿ ਸਮੇਤ ਸਿੰਘ ਸੈਣੀ ਦੀ ਦਸਤਾਰਬੰਦੀ ਹੋਈ ਹੈ। ਦਸਤਾਰਬੰਦੀ ਆਪਣੇ ਪੰਜਾਬੀਆਂ ਦੇ ਵਿੱਚ ਉਸ ਦੀ ਹੁੰਦੀ ਹੈ ਜਿਹੜਾ ਕਿ ਵੱਡਾ ਮੁੰਡਾ ਹੁੰਦਾ ਹੈ ਪਿਓ ਦੀ ਡੈਥ ਤੋਂ ਬਾਅਦ। ਤੇ ਤੁਸੀਂ ਦੇਖ ਸਕਦੇ ਹੋ ਵੀ ਫੂਲੇ ਦੇ ਔਰ ਇਸ ਦੇ ਪਰਿਵਾਰਕ ਕਿੰਨੇ ਗਹਿਰੇ ਰਿਲੇਸ਼ਨ ਸੀ, ਔਰ ਸੁਰੇਸ਼ ਅਰੋੜੇ ਨਾਲ ਵੀ ਰਿਲੇਸ਼ਨ ਹੋਣਗੇ ਨੈਚੁਰਲੀ ਜੇ ਉਹਦਾ ਨਾਮ ਲਿਖਿਆ ਹੋਇਆ ਹੈ। ਇਹ ਅੱਜ ਦਾ ਕਾਗਜ਼ ਨਹੀਂ ਹੈ, ਇਹ ਬਹੁਤ ਪੁਰਾਣਾ ਕਾਗਜ਼ ਹੈ ਜਿਹੜਾ ਕਿ ਅਸੀਂ ਨੈੱਟ ਤੋਂ ਬੜੀ ਮੁਸ਼ਕਿਲ ਨਾਲ ਲੱਭਿਆ। ਹੁਣ ਅਸੀਂ ਆਸ਼ੀਸ਼ ਜੀ ਨੂੰ ਦੁਬਾਰਾ ਪੁੱਛਦੇ ਹਾਂ। ਆਸ਼ੀਸ਼ ਜੀ, ਜਿਸ ਤਰ੍ਹਾਂ ਇਸ ਨੇ ਕੋਰਟ ਦੇ ਵਿੱਚ ਮੁਲਤਾਨੀ ਕੇਸ ਦੀਆਂ ਮੈਂ ਬਹੁਤ ਇੰਟਰਵਿਊਜ਼ ਕੀਤੀਆਂ, ਸਭ ਉਹਦੇ ਵਿੱਚ ਬਾਰ-ਬਾਰ ਇਹ ਗੱਲ ਆਈ ਹੈ ਮੇਰੇ ਸਾਹਮਣੇ ਕਿ ਇਹਨੇ ਜੱਜਾਂ ਨੂੰ ਧਮਕਾਇਆ। ਕਿਆ ਇਹਨੇ ਉੱਥੇ ਵੀ ਦਿੱਲੀ ਵੀ ਕਿਸੇ ਜੱਜ ਨੂੰ ਧਮਕਾਇਆ? ਤੁਹਾਡੀ ਨੌਲੇਜ ਹੈ ਇਹ ਗੱਲ? ਨਹੀਂ, ਦਿੱਲੀ ਵੀ ਧਮਕਾਇਆ। ਮੈਂ ਪਹਿਲਾਂ ਇਹੀ ਦੱਸਣਾ ਚਾਹੁੰਦਾ, ਜਦੋਂ 94 ਦੇ ਵਿੱਚ ਵੀ ਝਾਂਜੀ ਸਾਹਿਬ ਦੀ ਕੋਰਟ ਦੇ ਵਿੱਚ ਪੂਰੀ ਕੋਰਟ ਦੇ ਜਿੰਨੇ ਵਕੀਲਾਂ ਵਾਸਤੇ ਸੀਟਾਂ ਹੁੰਦੀਆਂ ਬੈਠਣ ਲਈ, ਉਹ ਸਾਰੀਆਂ ਸੀਟਾਂ 'ਤੇ ਜਾ ਕੇ ਨਿਹੰਗ ਬਹਿ ਗਏ ਸੀ ਪੂਲੇ ਦੇ ਚੇਲੇ। ਔਰ ਜਿਹੜਾ ਕਿ ਜੱਜ ਸਾਹਿਬ ਨੇ ਆਪਣੇ ਆਰਡਰ ਵਿੱਚ ਵੀ ਲਿਖਿਆ ਹੈ, ਇੱਕ ਰਿਪੋਰਟਿੰਗ ਵੀ ਹੋਈ ਹੈ ਉਹ 'ਚ ਕਿ ਐਂਟਰ ਬਲੂ ਬ੍ਰਿਗੇਡ ਇਨ ਕੋਰਟ। ਆਸ਼ੀਸ਼ ਜੀ, ਮੈਨੂੰ ਇਹ ਗੱਲ ਦੱਸੋ ਕਿ ਕਿਆ ਇਸ ਨੇ, ਜਿਸ ਤਰ੍ਹਾਂ ਤੁਸੀਂ ਗੱਲ ਕਹੀ ਵੀ ਇੱਥੇ ਵੀ ਜੱਜਾਂ ਨੂੰ ਧਮਕਾਉਣ ਦੀ ਇਹਨੇ ਕੋਸ਼ਿਸ਼ ਕੀਤੀ, ਫੂਲੇ ਨੂੰ ਭੇਜਿਆ, ਕਿਆ ਉੱਥੇ ਵੀ ਕਿਸੇ ਜੱਜ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਜੱਜ ਨੂੰ ਇਹਨੇ ਇਨਡਾਇਰੈਕਟ ਵੇ ਨਾਲ ਜਾਂ ਡਾਇਰੈਕਟ ਵੇ ਨਾਲ ਕਦੀ ਧਮਕਾਇਆ ਵੀ ਤੁਹਾਡੇ ਖਿਲਾਫ ਵੀ ਉਹ ਇਹਦੇ ਹੱਕ 'ਚ ਚੱਲੇ? ਜੱਜ ਸਾਹਿਬ ਨੇ ਇਹਨੂੰ ਸੈਣੀ ਨੂੰ ਬੁਲਾਇਆ, ਨੋਟਿਸ ਕੀਤਾ ਕਿ ਭਾਈ ਤੂੰ ਆ ਕੋਰਟ ਦੇ ਵਿੱਚ ਆ, ਤੇ ਇਹ ਕੋਰਟ ਦੇ ਵਿੱਚ ਉਦੋਂ ਨਹੀਂ ਆਇਆ। ਉਸ ਤੋਂ ਪਹਿਲਾਂ ਹੀ 25 ਤਰੀਕ ਨੂੰ ਜਾਂ 26 ਤਰੀਕ ਨੂੰ ਇਹ ਕੋਰਟ ਦੇ ਵਿੱਚ ਪੇਸ਼ ਹੋ ਜਾਂਦਾ ਬਿਨਾਂ ਸਿਕਿਉਰਿਟੀ ਤੋਂ, ਜੱਜ ਦੇ ਆਪਣੇ ਵਕੀਲ ਸਾਹਿਬ ਦੇ ਨਾਲ ਜਾ ਕੇ ਕਿ ਜੀ ਮੈਨੂੰ ਤੁਸੀਂ ਮੈਂ ਆ ਗਿਆ ਅਤੇ ਮੈਨੂੰ ਮੇਰੀ ਅਗਲੀ ਤਰੀਕ 'ਤੇ ਅੰਗੇਜਮੈਂਟ ਹੈ, ਮੈਂ ਅਗਲੀ ਤਰੀਕ 'ਤੇ ਨਹੀਂ ਆ ਸਕਦਾ। ਜਿਹੜੀ ਤਰੀਕ ਨੂੰ ਤੁਸੀਂ ਬੁਲਾਇਆ, ਹੁਣ ਡੇਟ ਮੈਨੂੰ ਇਸ ਲਈ ਯਾਦ ਨਹੀਂ, ਜਿਸ ਤਰੀਕ ਨੂੰ ਤੁਸੀਂ ਬੁਲਾਇਆ ਮੈਂ ਨਹੀਂ ਉਦੋਂ ਆ ਸਕਦਾ, ਅਤੇ ਤੁਸੀਂ ਤੇ ਕਹਿੰਦਾ ਤੇ ਮੈਨੂੰ ਉਦੋਂ ਤੁਸੀਂ ਛੂਟ ਦੇ ਦਿਓ। ਕਹਿੰਦੇ ਤੇ ਜੋ ਇਹਨੇ ਐਪਲੀਕੇਸ਼ਨ ਦੇ ਵਿੱਚ ਵੀ ਲਿਖਿਆ ਕਿ ਬਾਅਦ ਦੇ ਵਿੱਚ ਇਹਨੇ ਝੂਠਾ ਐਲੀਗੇਸ਼ਨ ਲਗਾਇਆ ਕਿ ਜੱਜ ਸਾਹਿਬ ਨੇ ਇਹ ਕਿਹਾ ਕਿ ਮੈਂ ਤੇਰੀ ਬੇਲ ਕੈਂਸਲ ਕਰ ਦਾਂਗਾ, ਤੇ ਕਮਿਸ਼ਨਰ ਵੀ ਮੇਰੇ ਅੱਗੇ ਕੋਈ ਚੀਜ਼ ਨਹੀਂ ਹੈ। ਇਹ ਸਭ ਝੂਠੇ ਐਲੀਗੇਸ਼ਨ ਲਗਾ ਕੇ ਉਹਦੇ ਬਾਅਦ ਇਹਨੇ ਟਰਾਂਸਫਰ ਐਪਲੀਕੇਸ਼ਨ ਮੂਵ ਕੀਤੀ, ਜਿਹੜੀ ਅਸੀਂ ਅਪੋਜ਼ ਕੀਤੀ, ਤੇ ਕੋਰਟ ਨੇ ਵਾਪਸ ਉਸੇ ਕੋਰਟ ਦੇ ਵਿੱਚ ਆ ਕੇ ਇਹਨੇ ਮਾफ़ੀ ਮੰਗੀ, ਰਿਟਨ ਮਾफ़ੀ ਮੰਗੀ ਕੋਰਟ ਦੇ ਵਿੱਚ ਕਿ ਮੈਂ ਜਿਹੜੀ ਹੈ ਉਸ ਜਿਹੜੀ ਆਪਣੀ ਜਿਹੜੀ ਤੁਹਾਡੇ ਅਗੇਂਸਟ ਐਲੀਗੇਸ਼ਨ ਲਗਾਏ ਮੈਂ ਵਿਡਰਾਅ ਕਰੂੰਗਾ, ਜਿਹੜੀ ਟਰਾਂਸਫਰ ਪਟੀਸ਼ਨ ਹੈ।
ਅੱਛਾ, ਮਤਲਬ ਇਹ ਹੈ ਕਿ ਇਸ ਦਾ ਮੋਡਸ ਆਫ ਆਪਰੈਂਡੀ ਮੈਂ ਸਾਰੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਮੋਡਸ ਆਫ ਆਪਰੈਂਡੀ ਉਹੀ ਚੱਲ ਰਿਹਾ ਜੋ ਬਲਵੰਤ ਸਿੰਘ ਮੁਲਤਾਨੀ ਵਾਲੇ ਕੇਸ ਚੱਲ ਰਿਹਾ। ਇਸ ਨੇ ਜਿਸ ਤਰ੍ਹਾਂ ਇੱਥੇ ਕੋਰਟ ਦੇ ਵਿੱਚ ਇਹਨਾਂ ਨੇ ਆਸ਼ੀਸ਼ ਜੀ ਨੇ ਦੱਸਿਆ ਬਈ ਜੱਜ ਸਾਹਿਬ ਦੇ ਜਾ ਕੇ ਪੇਸ਼ ਹੋ ਗਿਆ ਅਚਾਨਕ, ਇਸੇ ਤਰ੍ਹਾਂ ਇਹ ਬਲਵੰਤ ਸਿੰਘ ਮੁਲਤਾਨੀ ਵਾਲੇ ਕੇਸ 'ਚ ਪੇਸ਼ ਹੋਇਆ, ਅਚਾਨਕ ਚਲਾ ਗਿਆ ਮੁਹਾਲੀ ਕੋਰਟ ਦੇ ਵਿੱਚ। ਤੇ ਇਹਦਾ ਪੁਰਾਣਾ ਮੋਡਸ ਆਫ ਆਪਰੈਂਡੀ ਹੈ ਇਹ, ਕਿ ਕੋਈ ਨਵਾਂ ਨਹੀਂ ਹੈ ਕਿ ਸੈਣੀ ਸਾਹਿਬ ਬਗੈਰ ਸਿਕਿਉਰਿਟੀ ਦੇ ਜਾਂ ਆਪਣੀ ਮਰਜ਼ੀ ਨਾਲ ਹੀ ਕੋਰਟ 'ਚ ਪੇਸ਼ ਹੋ ਜਾਂਦੇ ਨੇ। ਤੇ ਇਹ ਨਾ ਇਹ ਕਾਨੂੰਨ ਨੂੰ ਇੱਕ ਖਿਡੌਣਾ ਹੀ ਸਮਝਦਾ ਫਿਰਦਾ। ਜਦ ਚਾਹਾਂ ਆਪਣੀ ਮਰਜ਼ੀ ਨਾਲ ਘੁਮਾਉਂਦਾ ਰਵਾਂ, ਜਦ ਚਾਹਾਂ ਕੋਰਟ ਦੇ ਵਿੱਚ ਜਾਵਾਂ, ਜਦ ਉਹਦੀ ਮਰਜ਼ੀ ਹੋਵੇ ਜਾਵੇ, ਜਦ ਉਹਦੀ ਮਰਜ਼ੀ ਹੋਵੇ ਨਾ ਜਾਵੇ। ਜੱਜਾਂ ਨੂੰ ਧਮਕਾਵੇ, ਹਾਈ ਕੋਰਟ ਦੇ ਜੱਜ ਨੂੰ ਧਮਕਾਵੇ ਕਿ ਜੱਜ ਸਾਹਿਬ ਮੈਂ ਤੁਹਾਨੂੰ ਅਗਰ ਤੁਸੀਂ ਕੇਸ ਨੂੰ ਸਵੇਰੇ ਹੱਥ ਲਾਇਆ ਤੇ ਮੈਂ ਤੁਹਾਨੂੰ ਚੱਕ ਕੇ ਜਿਹੜਾ ਫੋਨ ਤੇ ਜੱਜ ਸਾਹਿਬ ਨੇ ਆਪਣੇ ਆਰਡਰ ਵਿੱਚ ਲਿਖਿਆ, ਝਾਂਜੀ ਸਾਹਿਬ ਨੇ, ਕਿ ਅਗਰ ਮੈਂ ਸਵੇਰੇ ਤੁਸੀਂ ਕੇਸ ਦੇ ਵਿੱਚ ਸਵੇਰੇ ਕੇਸ ਨੂੰ ਹੱਥ ਲਾਇਆ ਤੇ ਤੁਹਾਨੂੰ ਚੱਕ ਕੇ ਫਰਨਸ ਸਾੜ ਕੇ ਮਾਰ ਦਿੱਤਾ ਜਾਏਗਾ, ਜਿਹਦੇ 'ਚ ਅਸੀਂ ਤਿੰਨਾਂ ਬੰਦਿਆਂ ਨੂੰ ਕਾਰ ਔਰ ਸਕੂਟਰ ਸਮੇਤ ਸਾੜ ਕੇ ਮਾਰ ਦਿੱਤਾ। ਅਗਲੇ ਉਹਦੇ ਬਾਅਦ ਝਾਂਜੀ ਸਾਹਿਬ ਨੇ ਸਾਰਾ ਆਪਣਾ ਉਹ ਚੀਜ਼ਾਂ ਆਰਡਰ ਵਿੱਚ ਲਿਖੀਆਂ ਔਰ ਉਹ ਮੈਟਰ ਅੱਜ ਵੀ ਸੈਨੇਟ ਹੀ ਪਿਆ ਹਾਈ ਕੋਰਟ ਦੇ ਵਿੱਚ। ਭੱਠੀ ਦਾ ਮੈਂ ਮਤਲਬ ਫਰਨਸ ਦਾ ਦੱਸਣਾ ਚਾਹੁੰਦਾ। ਫਰਨਸ ਹੁੰਦੀ ਕੀ ਹੈ? ਫਰਨਸ ਉਹ ਹੁੰਦੀ ਹੈ ਜਿਹਦੇ ਵਿੱਚ ਰੇਲ ਲਾਈਨ ਦੀ ਵੀ ਟੁਕੜਾ ਪਾ ਦਿਓ ਤਾਂ ਉਹ ਪਾਣੀ ਬਣ ਜਾਂਦਾ ਮਿੰਟਾਂ ਤੋਂ ਪਹਿਲਾਂ। ਉਹ ਫਰਨਸ ਹੁੰਦੀ ਹੈ ਜਿਹਦੇ ਵਿੱਚ ਇਹਨਾਂ ਨੇ ਬੋਡੀਆਂ ਮਾਰ ਕੇ ਜਾਣਾ, ਕਾਰ ਔਰ ਸਕੂਟਰ ਜਲਾ ਕੇ ਖ਼ਤਮ ਕਰ ਦਿੱਤੇ। ਪਾਣੀ ਲਓ ਤੁਸੀਂ। ਅੱਜ ਵੀ ਇਸ ਬੰਦੇ ਦੇ ਜ਼ਖਮ ਹਰੇ ਨੇ। ਇਸ ਬੰਦੇ ਨੂੰ ਸਾਰੀ ਗੱਲ ਕਰਨ ਵੇਲੇ ਇਹਦਾ ਦਿਲ ਭਰ ਜਾਂਦਾ। ਫਿਰ ਇਹਦੇ ਜ਼ਖਮਾਂ ਦੀ ਤੁਸੀਂ ਸੋਚੋ ਵੀ ਕਿੰਨੀ ਗਹਿਰਾਈ ਹੋਏਗੀ। ਔਰ ਇਨੋਸੈਂਟ ਬੰਦਿਆਂ ਨੂੰ ਮਾਰਨ ਤੋਂ ਪਹਿਲਾਂ ਸੁਮੇਸ਼ ਸਿੰਘ ਸੈਣੀ ਨੇ ਕਦੀ ਨਹੀਂ ਸੋਚਿਆ। ਇਸ ਬੰਦੇ ਦੇ ਜਿੰਨੇ ਇਸ ਬੰਦੇ ਨੇ ਹੁਣੀ ਆਸ਼ੀਸ਼ ਕੁਮਾਰ ਜੀ ਨੇ ਸਾਨੂੰ ਦੱਸਿਆ ਹੈ, ਆਸ਼ੀਸ਼ ਕੁਮਾਰ ਜੀ ਦੇ ਜ਼ਖਮਾਂ ਬਾਰੇ ਤੁਸੀਂ ਸੋਚੋ ਵੀ ਕਿੰਨੇ ਗਹਿਰੇ ਜ਼ਖਮ ਹੋਣਗੇ, ਕਿ ਇਸ ਬੰਦੇ ਦੇ ਦਿਮਾਗ ਤੇ ਦਿਲ ਤੇ ਕਿੰਨੀ ਸੱਟ ਵੱਜੀ ਹੈ ਕਿ ਅੱਜ ਵੀ ਇਸ ਬੰਦੇ ਦਾ ਇੰਟਰਵਿਊ ਦਿੰਦੇ, ਸਾਡੇ ਨਾਲ ਇੰਟਰਵਿਊ ਦੇ ਰਹੇ ਨੇ ਔਰ ਇਹਨਾਂ ਦਾ ਆਸ਼ੀਸ਼ ਕੁਮਾਰ ਜੀ ਦਾ ਬਾਰ-ਬਾਰ ਦਿਲ ਭਰ ਜਾਂਦਾ ਹੈ, ਆਪਣੇ ਆਪ ਨੂੰ ਕੰਟਰੋਲ ਕਰ ਰਹੇ ਨੇ। ਆਸ਼ੀਸ਼ ਕੁਮਾਰ ਜੀ, ਤੁਹਾਡੇ ਕੇਸ ਦੇ ਵਿੱਚ ਇੱਕ ਮੈਨੂੰ ਇਹ ਵੀ ਇਨਫੋਰਮੇਸ਼ਨ ਆਈ, ਮੈਂ ਜਦੋਂ ਕਾਗਜ਼ ਦੇਖ ਰਿਹਾ ਸੀ ਤੁਹਾਡੇ ਕੇਸ ਦੇ, ਕਿ ਇੱਕ ਸੰਧੂ ਸੀ ਕੋਈ, ਉਹ ਉਸ ਵੇਲੇ ਕੀ ਸੀਗਾ ਔਰ ਉਹਨੇ ਦੇਸ਼ ਤੋਂ ਭੱਜਣ ਦੀ ਪੂਰੀ ਕੋਸ਼ਿਸ਼ ਵੀ ਕੀਤੀ, ਜਿਸ ਤਰ੍ਹਾਂ ਇਸ ਵੇਲੇ KIP ਸਿੰਘ ਭੱਜ ਗਿਆ ਕੈਨੇਡਾ SIT ਨੂੰ ਚਕਮਾ ਦੇ ਕੇ। ਮੈਨੂੰ ਜਦੋਂ ਪਤਾ ਲੱਗ ਗਿਆ ਕਿ ਸੁਖਵਿੰਦਰ ਸਿੰਘ ਸੰਧੂ ਨੇ ਪਰਮਿਸ਼ਨ ਸੰਧੂ ਦੇਸ਼ ਛੱਡ ਕੇ ਭੱਜ ਰਿਹਾ ਤੇ ਪੂਰੇ ਪਰਿਵਾਰ ਦੇ ਨਾਲ, ਤੇ ਮੈਂ ਜਾ ਕੇ ਕੈਨੇਡੀਅਨ ਐਮਬੈਸੀ ਨੂੰ ਦੱਸਿਆ, ਜਾ ਕੇ ਕਾਗਜ਼ ਦੱਸੇ ਸਾਰੇ ਕਿ ਮੈਂ ਕਿਹਾ ਇਹ ਬੰਦਾ, ਇਹਦੇ ਤੇ ਟ੍ਰਿਪਲ ਮਰਡਰ ਕੇਸ ਚੱਲ ਰਿਹਾ, ਇਹ ਵਾਪਸ ਨਹੀਂ ਆਏਗਾ, ਦੋਨੋਂ ਕੰਟਰੀਆਂ ਦੇ ਵਿੱਚ ਐਕਸਟ੍ਰਾਡੀਸ਼ਨ ਪ੍ਰੋਬਲਮ ਹੋਏਗੀ। तो उस तो पहला आप मैं इन्फॉर्मेशन देने आया हूँ। उन्होंने कहा जी आप अपना नंबर दे जाओ, तो मेरे से पूछते भी रहे बाद में। तो जैसे ही उन्होंने बाद में उन लोगों ने वेरीफाई कर CBI से वेरीफाई किया और इसको जिस दिन ये गया पूरे परिवार के साथ, तो इसको एयरपोर्ट पे ही रोक लिया गया। थोड़ी लड़ाई बहुत लंबी हो गई है और हुण जिहड़ा लेटेस्ट मेरे को अपडेट हैगी है थोड़े केस बारे कि CBI ने एक एप्लीकेशन मूव की है कि सुमेश सिंह सैनी दी पर्सनल अपीयरेंस मंगी है और उन्होंने किसी भी तरह का कोई रिलीफ देने तो इनकार करता है कोर्ट ने, जिथे तक मैनू इन्फॉर्मेशन है। तुसी बड़ी लंबी लड़ाई लड़ी, बड़ा हौसला रखा तुसी इस च, ते कई बारी बंदा डगमगा जाता है इन्नी लंबी लड़ाई च। और एक पासे तुसी कल्ले, एक पासे वो SSP सीगा और SSP तो DGP रिटायर होया और ताकत उदी दिनों दिन वधदी गई। तो तुहाडे दिल दिमाग ते की होया उस वेले, जिंदगी दे उपर की असर पिया उसका? मैं उसे दिन डिसाइड कर लिया कि मैं अपने भरा लई लड़ाई लड़नी है, पर मैनू ये नहीं सी पता कि इन्ने साल निकल जाएंगे, मेरी जिंदगी सारी दी सारी जिंदगी इसे इंसाफ की मंगदे ही लंघ जाएगी। मेरी माँ 23 साल की लड़ाई लड़ते लड़ते इस दुनिया तो चली गई, पर सानू हजे तक इंसाफ नहीं मिलिया। पर फिर भी
ਸਾਨੂੰ ਕੋਰਟ ਤੋਂ ਪੂਰਾ ਭਰੋਸਾ ਹੈ ਕਿ ਇਨਸਾਫ ਸਾਨੂੰ ਜ਼ਰੂਰ ਮਿਲੇਗਾ। ਇਸ ਤੋਂ ਵੱਧ ਸ਼ਾਇਦ ਬੋਲ ਨਹੀਂ ਪਾਣਗੇ ਕਿਉਂਕਿ ਆਸ਼ੀਸ਼ ਜੀ ਬਹੁਤ ਭਾਵੁਕ ਹੋ ਗਏ ਨੇ ਔਰ ਇਹਨਾਂ ਦੇ ਜਿਹੜੇ ਜ਼ਖਮ ਹੈ ਉਹ ਸਾਨੂੰ ਬਿਲਕੁਲ ਨਜ਼ਰ ਆ ਰਹੇ ਨੇ ਔਰ ਕਿੰਨੀ ਗਹਿਰੀ ਚੋਟ ਇਹਨਾਂ ਦੇ ਦਿਲ ਔਰ ਦਿਮਾਗ ਤੇ ਸੁਮੇਧ ਸਿੰਘ ਸੈਣੀ ਨੇ ਮਾਰੀ ਹੈ ਔਰ ਉਮੀਦ ਕਰਦੇ ਹਾਂ ਕਿ ਕੋਰਟ ਤੋਂ ਇਹਨਾਂ ਨੂੰ ਇਨਸਾਫ ਮਿਲੇਗਾ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ। नेशनल बस पर लेटेस्ट न्यूज और एंटरटेनमेंट वीडियोस देखने के लिए सब्सक्राइब करें, लाइक करें, कमेंट करें और शेयर करें। थैंक्स फॉर वॉचिंग।